ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਨਾ ਤਾਂ ਕਦੇ ਛੱਡਦਾ ਹੈ, ਨਾ ਕਦੇ ਤਿਆਗਦਾ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ। ਅੱਜ ਦੇ ਵਚਨ ਨੂੰ ਅਸੀਂ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਇਸ ਦੇ ਰਾਹੀਂ ਜੋ ਵੀ ਤੁਸੀਂ ਸਾਨੂੰ ਤੌਫੀਕ ਦਿਓ, ਸਿੱਖਿਆ ਦਿਓ, ਉਸ ਦੇ ਅਨੁਸਾਰ ਸਾਨੂੰ ਚੱਲਣ ਦੇ ਲਈ ਆਪਣਾ ਬਲ ਦਿਓ, ਤਾਂ ਕਿ ਅਸੀਂ ਪਰਮੇਸ਼ਰ ਪਿਤਾ ਤੇਰੇ ਸੱਚੇ ਚੇਲੇ ਬਣ ਕੇ ਪਰਮੇਸ਼ਰ ਪਿਤਾ ਤੇਰੀ ਆਮਦ ਦੇ ਵਿੱਚ ਤੇਰੇ ਨਾਲ ਸ਼ਰੀਕ ਹੋ ਕੇ ਤੇਰੀ ਮਹਿਮਾ ਅਤੇ ਤੇਰੀ ਵਡਿਆਈ ਦਾ ਪਰਮੇਸ਼ਰ ਪਿਤਾ ਪਾਤਰ ਬਣੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਦੋਨਾਂ ਨੂੰ ਆਪਣੀ ਬਰਕਤ ਦੇ, ਆਪਣੀ ਤੌਫੀਕ ਦੇ, ਤਾਂ ਕਿ ਤੇਰੀ ਮਹਿਮਾ ਹੋ ਸਕੇ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਮੈਂ ਲਿਆ ਹੈ ਯਹੋਨਾ ਰਚੀ ਸੁਸਮਾਚਾਰ, ਉਸ ਦਾ 16 ਆਇਤ ਨੂੰ ਮੈਂ ਲਿਆ ਹੈ। ਇੱਥੇ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਪ੍ਰਭੂ ਯਿਸੂ ਮਸੀਹ ਜੀ ਦਾ ਇੱਕ ਲਿਖਿਆ ਹੋਇਆ ਵਚਨ ਹੈ ਔਰ ਪ੍ਰਭੂ ਯਿਸੂ ਮਸੀਹ ਦੇ ਮੁਖ ਦੇ ਵਿੱਚ ਕਿਹਾ ਹੋਇਆ ਵਚਨ ਹੈ। ਲਿਖਿਆ ਹੈ, ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਇਨ ਇੰਗਲਿਸ਼ ਲਿਖਿਆ ਹੋਇਆ ਹੈ, they are not of the world, even as I am not of the world। ਪਿਆਰੇ ਅਜ਼ੀਜ਼, ਇਹ ਜੋ ਵਚਨ ਦਾ ਮੈਂ ਵਿਸ਼ਾ ਲਿਆ ਹੈ ਉਹ ਲਿਆ ਹੈ ਵਰਲਡ ਸੈਪਰੇਸ਼ਨ, ਸੰਸਾਰ ਤੋਂ ਅਲਗਾਵ। ਅਸੀਂ ਮਸੀਹੀ ਲੋਕ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਰਾਹੀਂ ਚੁਣਿਆ ਹੈ, ਉਹਨਾਂ ਨੂੰ ਪਰਮੇਸ਼ਵਰ ਨੇ ਸੰਸਾਰ ਤੋਂ ਅਲੱਗ ਕਰਕੇ ਰੱਖਿਆ ਹੈ। ਕਿਉਂਕਿ ਬਾਣੀ ਦੇ ਵਿੱਚ ਜਦੋਂ ਅਸੀਂ ਇਸ ਯਹੋਨਾ ਦੇ ਅੰਜੀਲ ਦੇ 17 ਅਧਿਆਏ ਨੂੰ ਪੜ੍ਹਦੇ ਹਾਂ ਤਾਂ ਇਸ ਦੇ ਵਿੱਚ ਸਾਨੂੰ ਵੱਖ-ਵੱਖ ਪ੍ਰਾਰਥਨਾ ਦੇ ਖੰਡ ਮਿਲਦੇ ਨੇ। ਇਹ ਜੋ ਖੰਡ ਹੈ 14 ਤੋਂ ਲੈ ਕੇ 19 ਤੱਕ, ਇਹ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਦੇ ਲਈ ਪਰਮੇਸ਼ਰ ਦੀ ਪ੍ਰਾਰਥਨਾ ਹੈ, ਪਰਮੇਸ਼ਰ ਪੁੱਤਰ ਦੀ ਪ੍ਰਾਰਥਨਾ ਹੈ। ਔਰ ਇਸ ਪ੍ਰਾਰਥਨਾ ਦੇ ਵਿੱਚ ਮੇਰੇ ਅਤੇ ਆਪ ਦੇ ਲਈ ਅੱਜ ਵੀ ਪ੍ਰਭੂ ਯਿਸੂ ਮਸੀਹ ਦੀ ਪ੍ਰਾਰਥਨਾ ਹੈ ਕਿ ਜਿਵੇਂ ਮੈਂ ਸੰਸਾਰ ਦਾ ਨਹੀਂ, ਤਿਵੇਂ ਉਹ ਵੀ ਸੰਸਾਰ ਦੇ ਨਹੀਂ ਹਨ। ਇਹਦਾ ਮਤਲਬ ਸਾਨੂੰ ਸਾਫ਼ ਨਜ਼ਰ ਆਉਂਦਾ ਹੈ, ਪਰਮੇਸ਼ਰ ਪੁੱਤਰ ਦਾ ਜੋ ਪ੍ਰਾਰਥਨਾ ਦੇ ਵਿੱਚ ਸ਼ਬਦ ਕਿਹਾ ਗਿਆ ਹੈ, ਜਿਵੇਂ ਮੈਂ ਸੰਸਾਰ ਦਾ ਨਹੀਂ। ਇੱਥੇ ਵਰਲਡ ਜੋ ਸ਼ਬਦ ਆ ਰਿਹਾ ਹੈ, ਇਹ ਸ਼ਬਦ ਬੁਰਾਈ ਦੇ ਨਾਲ ਔਰ ਸੰਸਾਰ ਦੀ ਬੁਰਾਈ ਅਤੇ ਸੰਸਾਰ ਦੇ ਬੁਰੇ ਕੰਮਾਂ ਦੇ ਨਾਲ ਜੁੜ ਜਾਂਦਾ ਹੈ। ਕਿਉਂਕਿ ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ ਤਾਂ ਇਹ ਸੰਸਾਰ ਵੀ ਉਸ ਸਮੇਂ ਸ਼ਰਾਪਿਤ ਹੋ ਗਿਆ। ਜਦੋਂ ਅਸੀਂ ਰੋਮੀਆਂ ਦੀ ਪੁਸਤਕ 2 ਅਧਿਆਏ ਨੂੰ ਵੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਪਰਮੇਸ਼ਰ ਦਾ ਦਾਸ ਪੌਲਸ ਵੀ ਕਹਿੰਦਾ ਹੈ ਕਿ ਆਦਮ ਦੇ ਪਾਪ ਦੇ ਨਾਲ ਧਰਤੀ ਵੀ ਸ਼ਰਾਪਿਤ ਹੋਈ। ਔਰ 8 ਦੇ ਵਿੱਚ ਜਾ ਕੇ ਕਹਿੰਦਾ ਹੈ, ਇਹ ਧਰਤੀ ਜੋ ਸ਼ਰਾਪਿਤ ਹੋਈ ਹੈ ਇਹ ਛੁਟਕਾਰੇ ਦੀ ਵਾਟ ਚੋ ਰਹੀ ਹੈ। ਇਹ ਛੁਟਕਾਰਾ ਸਾਨੂੰ ਪਰਮੇਸ਼ਰ ਪੁੱਤਰ ਤੋਂ ਮਿਲਿਆ ਹੈ। ਉਹ ਜੋ ਜਗਤ ਦਾ ਨਹੀਂ, ਜੋ ਇਸ ਸੰਸਾਰ ਦਾ ਨਹੀਂ, ਉਹ ਸਵਰਗ ਦਾ ਹੈ। ਉਹ ਜੋ ਪਰਮੇਸ਼ਰ ਪੁੱਤਰ ਇਸ ਧਰਤੀ ਦੇ ਵਿੱਚ ਆਇਆ, ਉਹ ਸਾਨੂੰ ਇਸ ਪਾਪ ਦੇ ਬੰਧਨ ਤੋਂ ਛੁਟਾਉਣ ਦੇ ਲਈ ਅਤੇ ਇਸ ਸੰਸਾਰ ਦੇ ਬੁਰੇ ਕੰਮਾਂ ਤੋਂ ਸਾਨੂੰ ਅਲੱਗ ਕਰਨ ਦੇ ਲਈ ਇਸ ਧਰਤੀ ਦੇ ਉੱਤੇ ਆਇਆ। ਇਸ ਕਰਕੇ ਉਹਦਾ ਇਸ ਜਗ੍ਹਾ ਦੇ ਉੱਤੇ ਪ੍ਰਾਰਥਨਾ ਦਾ ਇਹ ਸ਼ਬਦ ਹੈ ਕਿ ਜਿਵੇਂ ਮੈਂ ਸੰਸਾਰ ਦਾ ਨਹੀਂ, ਤਿਵੇਂ ਤੁਸੀਂ ਵੀ ਸੰਸਾਰ ਦੇ ਨਹੀਂ। ਮੇਰਾ ਇਹ ਸਬਜੈਕਟ ਲੈਣ ਦਾ ਵਿਸ਼ਾ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਸੰਸਾਰ ਦੇ ਵਿੱਚ ਸੰਸਾਰਿਕ ਫੈਸਟੀਵਲ, ਤਿਉਹਾਰ ਆ ਰਹੇ ਆ ਔਰ ਬਹੁਤ ਸਾਰੇ ਵਿਸ਼ਵਾਸੀ ਲੋਕ ਇਹਨਾਂ ਤਿਉਹਾਰਾਂ ਦੇ ਵਿੱਚ ਸੰਮਿਲਿਤ ਹੋ ਜਾਂਦੇ ਆ ਅਤੇ ਉਹ ਇਸ ਤਰ੍ਹਾਂ ਦੱਸਦੇ ਆ ਕਿ ਜਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਸੰਸਾਰ ਦਾ ਕੰਮ ਨਹੀਂ ਕੀਤਾ, ਪਰ ਅਸੀਂ ਮਸੀਹ ਦੇ ਨਾਲ ਹਾਂ।
ਬਹੁਤ ਗਲਤ ਤਰੀਕੇ ਦੇ ਨਾਲ ਮਸੀਹਤ ਦੇ ਵਿੱਚ ਸੰਸਾਰਿਕਤਾ ਆ ਚੁੱਕੀ ਹੈ। ਲੋਕ ਘਰਾਂ ਦੇ ਵਿੱਚ ਚੁੱਪ ਕੇ ਦੀਵੇ ਬਾਲਦੇ ਨੇ, ਲੋਕ ਘਰਾਂ ਦੇ ਵਿੱਚ ਚੋਰੀ ਛਿਪੇ ਪੂਜਾ ਕਰਦੇ ਨੇ, ਜਿਸ ਤਰ੍ਹਾਂ ਯਰਮਾਇਆ ਦੇ ਸਮੇਂ ਦੇ ਵਿੱਚ ਹੋਇਆ ਸੀ। ਯਰਮਾਇਆ ਦੇ ਸਮੇਂ ਦੇ ਵਿੱਚ ਲੋਕਾਂ ਨੇ ਕੰਧਾਂ ਦੇ ਵਿੱਚ ਅਲਮਾਰੀਆਂ ਬਣਾ ਕੇ ਉਸ ਦੇ ਵਿੱਚ ਬਾਲ ਦੇਵਤਿਆਂ ਦੀ ਮੂਰਤਾਂ ਅਤੇ ਅਸ਼ੀਰਾ ਦੀਆਂ ਮੂਰਤਾਂ ਵਿੱਚ ਰੱਖ ਕੇ ਪੂਜਾ ਕਰ ਰਹੇ ਸੀ। ਇੱਥੋਂ ਤੱਕ ਕਿ ਜਿਹੜਾ ਅਬਸ਼ਾਲੋਮ ਸੀ ਉਸਨੇ ਵੀ ਇਸ ਤਰ੍ਹਾਂ ਦੇ ਕੰਮ ਆਪਣੇ ਕੰਧਾਂ ਦੇ ਵਿੱਚ ਕਰਤੇ ਸੀ। ਉਹ ਇਸਰਾਇਲ ਦੇ ਵਿੱਚੋਂ ਉਹ ਘੋਰ ਪਾਪ ਗਿਣਿਆ ਗਿਆ ਸੀ। ਇਹਨੂੰ ਕਹਿੰਦੇ ਆ ਵਰਲਡਲੀ ਸਿਨ, ਸੰਸਾਰ ਦਾ ਪਾਪ। ਔਰ ਇਹ ਸੰਸਾਰ ਦੇ ਪਾਪ ਦੇ ਵਿੱਚ ਕਈ ਵਿਸ਼ਵਾਸੀ ਲੋਕ ਵਿੱਚ ਚਲੇ ਜਾਂਦੇ ਆ, ਜਿਸ ਦੇ ਬਾਰੇ ਜਦੋਂ ਇਸ ਅਧਿਆਏ ਦੇ ਵਿੱਚ ਜਦੋਂ ਮੈਂ 14 ਆਇਤ ਨੂੰ ਪੜ੍ਹਦਾ ਹਾਂ, ਜਿਸ ਦਾ ਜ਼ਿਕਰ ਇੱਥੇ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਜੋ ਚੇਲਿਆਂ ਦੇ ਲਈ ਪ੍ਰਾਰਥਨਾ ਕਰਦਾ, ਕਹਿੰਦਾ ਹੈ ਮੈਂ ਤੇਰਾ ਵਚਨ ਉਹਨਾਂ ਨੂੰ ਦੇ ਦਿੱਤਾ ਹੈ। ਪਹਿਲੀ ਗੱਲ ਜੋ ਚੇਲਿਆਂ ਦੇ ਵਿੱਚ ਪਰਮੇਸ਼ਰ ਪੁੱਤਰ ਪ੍ਰਾਰਥਨਾ ਦੇ ਵਿੱਚ ਕਹਿੰਦਾ ਮੈਂ ਤੇਰਾ ਵਚਨ ਉਹਨਾਂ ਨੂੰ ਦੇ ਦਿੱਤਾ, ਇਹਦਾ ਮਤਲਬ ਜਿਹੜਾ ਵਚਨ ਦਿੱਤਾ ਗਿਆ ਹੈ ਉਹ ਸੰਸਾਰ ਦਾ ਨਹੀਂ, ਉਹ ਸਵਰਗ ਦਾ ਹੈ। ਉਹ ਪਰਮੇਸ਼ਰ ਦਾ ਉਹ ਵਚਨ ਹੈ ਜਿਹੜਾ ਮੈਨੂੰ ਪਵਿੱਤਰ ਕਰਦਾ। ਇਹਦਾ ਮਤਲਬ ਇਹ ਵਚਨ ਜਿਹੜਾ ਹੈ ਸਵਰਗੋਂ ਇਸ ਧਰਤੀ ਦੇ ਵਿੱਚ ਆਇਆ, ਜਿਹਦੇ ਬਾਰੇ ਯੋਹੰਨਾ 1:14 ਦੇ ਵਿੱਚ ਸਾਫ਼ ਰੀਤੀ ਨਾਲ ਲਿਖਿਆ ਹੋਇਆ ਹੈ ਕਿ ਸ਼ਬਦ ਦੇ ਧਾਰੀ ਹੋਇਆ, ਇਹ ਵਚਨ ਦੇ ਧਾਰੀ ਹੋਇਆ, ਕਿਰਪਾ ਅਤੇ ਸੱਚਾਈ ਦੇ ਨਾਲ ਉਹਨੇ ਸਾਡੇ ਵਿਚਕਾਰ ਡੇਰਾ ਕੀਤਾ ਕਿ ਅਸੀਂ ਉਸ ਵਿੱਚ ਪਿਤਾ ਦੇ ਇਕਲੌਤੇ ਦੀ ਮਹਿਮਾ ਡਿੱਠੀ, ਪ੍ਰਤਾਪ ਡਿੱਠਾ। ਇਹਦਾ ਮਤਲਬ ਹੈ ਇਹ ਸ਼ਬਦ ਇਸ ਧਰਤੀ ਦੇ ਉੱਤੇ ਦੇਹ ਰੂਪੀ ਭਾਵ ਪ੍ਰਭੂ ਯਿਸੂ ਮਸੀਹ ਦੇ ਸਰੂਪ ਦੇ ਵਿੱਚ ਆਇਆ। ਕਾਹਦੇ ਲਈ? ਮੈਨੂੰ ਇਸ ਸੰਸਾਰ ਤੋਂ ਪਵਿੱਤਰ ਕਰਕੇ ਪਰਮੇਸ਼ਵਰ ਦੇ ਉਸ ਰਾਜ ਵਿੱਚ ਲਿਜਾਣ ਦੇ ਲਈ। ਇਹ ਕਿਹੜਾ ਰਾਜ ਹੈ? ਹੈਵਨਲੀ ਕਿੰਗਡਮ, ਸਵਰਗੀ ਰਾਜ। ਸਵਰਗੀ ਰਾਜ ਦੇ ਵਿੱਚ ਲਿਜਾਣ ਦੇ ਲਈ ਪਰਮੇਸ਼ਰ ਪੁੱਤਰ ਮਨੁੱਖੀ ਰੂਪ ਧਾਰ ਕੇ ਇਸ ਦੁਨੀਆ ਦੇ ਵਿੱਚ ਆਇਆ। ਕਾਹਦੇ ਲਈ? ਮੈਨੂੰ ਸੰਸਾਰ ਤੋਂ ਅਲੱਗ ਕਰਕੇ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਲਿਜਾਣ ਦੇ ਲਈ। ਇਸ ਲਈ ਉਹ ਕਹਿੰਦਾ ਹੈ ਮੈਂ ਉਹਨਾਂ ਨੂੰ ਤੇਰਾ ਵਚਨ ਦੇ ਦਿੱਤਾ ਹੈ ਔਰ ਜਗਤ ਨੇ ਉਹਨਾਂ ਨਾਲ ਬੈਰ ਕੀਤਾ, ਕਿਉਂ ਜੋ ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ। ਇਹਦਾ ਮਤਲਬ ਹੈ ਵਚਨ ਦੇ ਨਾਲ ਅੱਜ ਲੋਕ ਕੀ ਕਰ ਰਹੇ ਆ? ਵਚਨ ਦੇ ਨਾਲ ਲੋਕਾਂ ਦਾ ਵਿਵਹਾਰ ਕੀ ਹੈ? ਪਰਮੇਸ਼ਰ ਦਾ ਵਚਨ ਸਾਫ਼ ਰੀਤੀ ਨਾਲ ਦੱਸਦਾ ਹੈ। ਜਦੋਂ ਅਸੀਂ ਯੋਹੰਨਾ ਰਚੀ ਸੁਸਮਾਚਾਰ ਉਸ ਦੇ 15:19 ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਪਰਮੇਸ਼ਰ ਪੁੱਤਰ ਫੇਰ ਆਪਣਾ ਸਾਡੇ ਨਾਲ ਗੱਲ ਕਰਦਾ ਹੈ, ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇ ਕਰਦਾ ਹੈ, ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ, ਇਸ ਕਰਕੇ ਜਗਤ ਤੁਹਾਡੇ ਨਾਲ ਬੈਰ ਕਰਦਾ ਹੈ। ਕਿਉਂ ਜਗਤ ਬੈਰ ਕਰਦਾ ਹੈ? ਕਿਉਂਕਿ ਪਰਮੇਸ਼ਰ ਨੇ ਮੈਨੂੰ ਪਵਿੱਤਰਤਾ ਦੇ ਲਈ ਚੁਣ ਲਿਆ ਹੈ। ਔਰ ਇਹ ਜਗਤ ਝੂਠਾ ਹੈ, ਇਹ ਸੰਸਾਰ ਝੂਠਾ ਹੈ, ਇਸ ਦੀਆਂ ਗੱਲਾਂ ਝੂਠੀਆਂ, ਇਹਦੇ ਵਿਚਾਰ ਝੂਠੇ ਹੈ, ਕਿਉਂਕਿ ਇਹ ਜਗਤ ਜਿਹੜਾ ਹੈ ਦੁਸ਼ਟ ਦੇ ਵਸ ਵਿੱਚ ਪੈ ਚੁੱਕਾ ਹੈ। ਜਦੋਂ ਅਸੀਂ ਯੋਹੰਨਾ ਰਚੀ ਸੁਸਮਾਚਾਰ ਉਸ ਦਾ 8 ਅਧਿਆਇ ਉਸ ਦੀ 44 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਪੁੱਤਰ ਸਾਫ਼ ਰੀਤੀ ਨਾਲ ਆਪਣੇ ਚੇਲਿਆਂ ਨੂੰ ਦੱਸਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਮੰਨਿਆ। ਕਿਉਂਕਿ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨੂੰ ਤੇ ਕਰਦਾ, ਪਰਮੇਸ਼ਰ ਨੂੰ ਤੇ ਨਹੀਂ ਕਰਦਾ। ਕਿਉਂਕਿ ਜਗਤ ਆਪਣਿਆਂ ਨੂੰ ਤੇ ਕਰਦਾ ਮਤਲਬ ਸੰਸਾਰ ਦੇ ਕੰਮਾਂ ਅਤੇ ਸੰਸਾਰ ਦੀ ਮੂਰਤੀ ਪੂਜਾ ਅਤੇ ਸੰਸਾਰ ਦੇ ਭੋਗ ਵਿਲਾਸਾਂ ਅਤੇ ਸੰਸਾਰ ਦੇ ਪਰਮਾਂ ਦੇ ਵਿੱਚ ਸ਼ਾਮਿਲ ਹੋ ਕੇ ਪਰਮੇਸ਼ਰ ਦੀ ਈਸ਼ਵਰੀ ਨਿੰਦਾ ਕਰਦੇ ਆ। ਉਹ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਨਾਲ ਪਿਆਰ ਨਹੀਂ ਕਰਦੇ, ਕਿਉਂਕਿ ਪਰਮੇਸ਼ਰ ਨੇ ਕਿਹਾ ਮੈਂ ਤੁਹਾਨੂੰ ਆਪਣਾ ਵਚਨ ਦੇ ਦਿੱਤਾ ਹੈ। ਜਿਹਨੇ ਮੈਨੂੰ ਵਚਨ ਦਿੱਤਾ ਉਹ ਵਚਨ ਦੇ ਨਾਲ ਬੈਰ ਕਰਦੇ। ਕਿਉਂ ਬੈਰ ਕਰਦੇ ਆ? ਕਿਉਂਕਿ ਉਹ ਵਚਨ ਸਵਰਗ ਦਾ ਹੈ, ਉਹ ਪਵਿੱਤਰ ਹੈ। ਔਰ ਜਿਹੜਾ ਪਵਿੱਤਰ ਹੈ ਉਹ ਜਿਹੜਾ ਪਵਿੱਤਰਤਾ ਨੂੰ ਸਵੀਕਾਰ ਨਹੀਂ ਕਰਦਾ, ਉਹਦੇ ਬਾਰੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਤੁਸੀਂ ਆਪਣੇ ਪਿਓ ਸ਼ੈਤਾਨ ਤੇ ਹੋ ਜੋ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਪਿਓ ਦੀਆਂ ਕਾਮਨਾ ਕੀ ਹੈ? ਸੰਸਾਰ ਦੀ ਕਾਮਨਾ ਕੀ ਹੈ? ਕਿ ਤੁਸੀਂ ਪਾਪ ਦੇ ਨਾਲ ਲਿਪਤ ਰਹੋ, ਤੁਸੀਂ ਪਾਪ ਦੇ ਕੰਮ ਕਰੋ, ਤੁਸੀਂ ਮੂਰਤੀ ਪੂਜਾ ਕਰੋ, ਤੁਸੀਂ ਗਾਲਾਂ ਕੱਢੋ, ਤੁਸੀਂ ਸੰਸਾਰ ਦੇ ਰੀਤੀ ਰਿਵਾਜਾਂ ਦੇ ਨਾਲ ਚੱਲੋ।
ਸੰਸਾਰ ਦੇ ਰੀਤੀ ਰਿਵਾਜ ਜਿਹੜੇ ਹੈ ਉਹ ਮੂਰਤੀ ਪੂਜਕ ਨਾਲੋਂ ਵੀ ਭੈੜੇ ਆ, ਜਿਸ ਤੋਂ ਪਰਮੇਸ਼ਰ ਘਿਣ ਕਰਦਾ ਹੈ। ਔਰ ਇਸ ਘਿਣਨਾ ਦੇ ਨਾਲ ਇਸ ਯੁੱਗ ਦਾ ਈਸ਼ਵਰ ਸਾਨੂੰ ਪਰਮੇਸ਼ਰ ਤੋਂ ਦੂਰ ਕਰਨਾ ਚਾਹੁੰਦਾ ਹੈ। ਇਸ ਲਈ ਉਹਨੇ ਆਪਣਾ ਇੱਥੇ ਸਾਫ਼ ਤੌਰ ਤੇ ਕਿਹਾ, ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਪਿਓ ਦੀਆਂ ਕਾਮਨਾ ਪੂਰੀਆਂ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸੱਚਾਈ ਉੱਤੇ ਟਿਕਿਆ ਨਾ ਰਿਹਾ, ਕਿਉਂਕਿ ਉਸ ਵਿੱਚ ਸੱਚਾਈ ਹੈ ਹੀ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਆਪਣੀਆਂ ਹੀ ਹੱਕਦਾ ਹੈ, ਕਿਉਂ ਜੋ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਰ ਨੇ ਮੈਨੂੰ ਝੂਠ ਦੇ ਲਈ, ਇਸ ਝੂਠੇ ਸੰਸਾਰ ਦੇ ਲਈ ਨਹੀਂ ਚੁਣਿਆ ਹੈ। ਮੈਨੂੰ ਪਰਮੇਸ਼ਰ ਨੇ ਪਵਿੱਤਰਤਾ ਦੇ ਲਈ, ਪਵਿੱਤਰ ਨਗਰੀ, ਸਵਰਗ ਦੀ ਨਗਰੀ ਦੇ ਲਈ ਚੁਣਿਆ ਹੈ, ਜਿੱਥੇ ਕਿਸੇ ਵੀ ਪ੍ਰਕਾਰ ਦਾ ਪਾਪ ਅਤੇ ਕਿਸੇ ਵੀ ਪ੍ਰਕਾਰ ਦਾ ਬੈਰ ਵਿਰੋਧ ਅਤੇ ਈਰਸ਼ ਨਿੰਦਾ ਨਹੀਂ ਹੈ। ਉੱਥੇ ਪਰਮੇਸ਼ਰ ਦੀ ਪਵਿੱਤਰਤਾ ਅਤੇ ਪਰਮੇਸ਼ਰ ਦੀ ਪਵਿੱਤਰਤਾ ਦੇ ਨਾਲ ਪਰਮੇਸ਼ਰ ਦਾ ਪਿਆਰ ਅਤੇ ਪਰਮੇਸ਼ਰ ਦੇ ਪਿਆਰ ਦੇ ਨਾਲ ਪਰਮੇਸ਼ਰ ਦੀ ਸੱਚਾਈ ਹੈ, ਜਿਹੜੀ ਹਮੇਸ਼ਾ ਸਾਨੂੰ ਪਰਮੇਸ਼ਰ ਦੇ ਵਿੱਚ, ਉਸ ਦੀ ਪਵਿੱਤਰਤਾ ਦੇ ਵਿੱਚ ਵਧਣ ਦੇ ਲਈ ਸਾਡੀ ਮਦਦ ਕਰਦੀ ਹੈ। ਇਸ ਲਈ ਪਰਮੇਸ਼ਰ ਪੁੱਤਰ ਨੇ ਸਾਫ਼ ਰੀਤੀ ਨਾਲ ਕਿਹਾ ਕਿ ਤੁਸੀਂ ਇਸ ਸੰਸਾਰ ਦੇ ਨਹੀਂ, ਕਿਉਂਕਿ ਸੰਸਾਰ ਤੁਹਾਡੇ ਨਾਲ ਬੈਰ ਕਰਦਾ ਹੈ। ਉਸ ਤੋਂ ਉਪਰੰਤ ਮੈਂ ਇੱਕ ਹੋਰ ਵਚਨ ਜੋ ਆਪ ਦੇ ਨਾਲ ਪੜ੍ਹ ਰਿਹਾ ਹਾਂ, 8:23, ਜਿੱਥੇ ਪਰਮੇਸ਼ਰ ਪੁੱਤਰ ਫਿਰ ਮੇਰੇ ਨਾਲ ਇਸ ਸੰਸਾਰ ਦੇ ਅਲਗਾਵ ਦੀ ਗੱਲ ਕਰਦਾ ਹੈ। ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਹੇਠਾਂ ਦੇ ਹੋ ਅਤੇ ਮੈਂ ਉਤਾਹਾਂ ਦਾ ਹਾਂ। ਤੁਸੀਂ ਜਗਤ ਦੇ ਹੋ ਅਤੇ ਮੈਂ ਇਸ ਜਗਤ ਦਾ ਨਹੀਂ ਹਾਂ। ਇਹਦਾ ਮਤਲਬ ਪਰਮੇਸ਼ਰ ਜਗਤ ਦਾ ਨਹੀਂ, ਕਿੱਥੇ ਦਾ ਹੈ? ਸਵਰਗ ਦਾ। ਉਹ ਸਵਰਗ ਤੋਂ ਆਇਆ ਇਸ ਲਈ ਕਿ ਮੈਨੂੰ ਸਵਰਗ ਲੈ ਜਾਵੇ। ਹੁਣ ਮੈਂ ਫੈਸਲਾ ਆਪਣੇ ਜੀਵਨ ਦੇ ਵਿੱਚ ਕਰਨਾ ਹੈ ਕਿ ਮੈਂ ਸੰਸਾਰ ਦੇ ਨਾਲ ਰਹਿਣਾ ਹੈ ਜਾਂ ਪਰਮੇਸ਼ਰ ਦੇ ਨਾਲ। ਜੇ ਪਰਮੇਸ਼ਰ ਦੇ ਨਾਲ ਰਹਿਣਾ ਹੈ ਤਾਂ ਮੈਨੂੰ ਉਤਾਹਾਂ ਦੇ ਕੰਮ ਕਰਨੇ ਪੈਣਗੇ, ਸਵਰਗ ਦੇ ਕੰਮ ਕਰਨੇ ਪੈਣਗੇ, ਔਰ ਇਸ ਸੰਸਾਰ ਤੋਂ ਬਿਲਕੁਲ ਹੀ ਆਪਣੇ ਆਪ ਨੂੰ ਅਲੱਗ ਕਰਨਾ ਪਏਗਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ, ਪਰਮੇਸ਼ਰ ਦੇ ਨਜ਼ਰ ਦੇ ਵਿੱਚ ਛੋਟੇ ਤੋਂ ਛੋਟਾ ਪਾਪ ਕਰਨ ਵਾਲਾ ਵੀ ਮੌਤ ਦੇ ਅਧੀਨ ਹੈ। ਇਸ ਲਈ ਪਰਮੇਸ਼ਰ ਨੇ ਸਾਨੂੰ ਸੰਸਾਰ ਦੇ ਲਈ ਨਹੀਂ, ਸਵਰਗ ਦੇ ਲਈ ਚੁਣਿਆ ਹੈ। ਔਰ ਜਦੋਂ ਸਵਰਗ ਦੇ ਲਈ ਚੁਣਿਆ ਹੈ ਤਾਂ ਮੇਰੇ ਵਿੱਚ ਸੰਸਾਰ ਦਾ ਮਾਤਰ ਛੋਟਾ ਵੀ ਪਾਪ ਨਹੀਂ ਹੋਣਾ ਚਾਹੀਦਾ। ਮਤਲਬ ਕਿ ਪੂਰੀ ਪਵਿੱਤਰਤਾ ਦੇ ਨਾਲ ਮੈਨੂੰ ਪਰਮੇਸ਼ਰ ਪੁੱਤਰ ਦੇ ਪਿੱਛੇ ਚੱਲ ਕੇ ਜੀਣਾ ਚਾਹੀਦਾ। ਅੱਜ ਸੰਸਾਰ ਇਸ ਸਮੇਂ ਪੂਰੀ ਲਾਈਟਿੰਗ ਦੇ ਵਿੱਚ, ਸੰਸਾਰ ਦੀ ਸੰਸਾਰਿਕਤਾ ਦੇ ਵਿੱਚ, ਉਸ ਦੀ ਚਕਮਕ ਦੇ ਵਿੱਚ ਆਪਣੇ ਆਪ ਨੂੰ ਲੌਲੀਤ ਹੋ ਜਾਂਦਾ ਹੈ। ਅੱਜ ਬਹੁਤ ਸਾਰੇ ਵਿਸ਼ਵਾਸੀ ਮੈਂ ਦੇਖਦਾ, ਜਿਨ੍ਹਾਂ ਦੇ ਘਰਾਂ ਦੇ ਵਿੱਚ ਦੀਵੇ ਬਲਦੇ ਆ, ਜਿਨ੍ਹਾਂ ਦੇ ਘਰਾਂ ਦੇ ਵਿੱਚ ਪਟਾਕੇ ਚੱਲਦੇ ਆ, ਜਿਨ੍ਹਾਂ ਦੇ ਘਰਾਂ ਦੇ ਵਿੱਚ ਸੰਸਾਰ ਦੀ ਚਮਕ ਦਾ ਕੰਮ ਹੁੰਦਾ ਹੈ। ਪਰ ਯਾਦ ਰੱਖੋ, ਪਰਮੇਸ਼ਵਰ ਨੇ ਇੱਕ ਦਿਨ ਤੁਹਾਤੋਂ ਅਤੇ ਮੈਥੋਂ ਇੱਕ ਦਿਨ ਲੇਖਾ ਲੈਣਾ ਹੈ, ਔਰ ਇਸ ਤੋਂ ਮੈਂ ਬਚ ਨਹੀਂ ਸਕਦਾ। ਇੱਥੇ ਮੈਂ ਇੱਕ ਹੋਰ ਵਚਨ ਪੜ੍ਹਨਾ ਚਾਹੁੰਦਾ ਹਾਂ, ਯਹੋਨਾ ਦੀ ਅੰਜੀਲ 3:31 ਦੇ ਵਿੱਚ ਪਰਮੇਸ਼ਰ ਪੁੱਤਰ ਨੇ ਇੱਕ ਬੜਾ ਸੁੰਦਰ ਵਚਨ ਕਿਹਾ ਹੈ, ਜੋ ਸੰਸਾਰ ਤੋਂ ਅਲਗਾਵ ਦੇ ਬਾਰੇ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਕੰਮ ਕਰਦਾ ਹੈ। ਯਹੋਨਾ 3 ਉਸ ਦਾ 31 ਵਚਨ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ, ਜਿਹੜਾ ਧਰਤੀਓਂ ਹੁੰਦਾ ਹੈ ਉਹ ਧਰਤੀ ਦਾ ਹੀ ਹੈ ਅਤੇ ਧਰਤੀ ਦੀਆਂ ਬੋਲਦਾ ਹੈ, ਅਤੇ ਜਿਹੜਾ ਸਵਰਗੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ਇਹਦਾ ਮਤਲਬ ਧਰਤੀ ਦਾ ਜਿਹੜਾ ਹੈ ਉਹ ਧਰਤੀ ਦੀਆਂ ਗੱਲਾਂ ਕਹਿੰਦਾ। ਉਹ ਕਹਿੰਦਾ ਇਹ ਵੀ ਕਰ ਲਓ, ਕਿਹੜਾ ਫਰਕ ਪੈਂਦਾ ਹੈ? ਇਹ ਵੀ ਕਰ ਲਓ, ਇਹਦੇ 'ਚ ਕਿਹੜਾ ਫਰਕ ਪੈਂਦਾ ਹੈ? ਮੇਰੇ ਪਿਆਰੇ ਅਜ਼ੀਜ਼, ਇੱਕ ਕਾਲਾ ਰੰਗ ਹੈ, ਇੱਕ ਚਿੱਟਾ ਰੰਗ ਹੈ। ਕਿਸ ਤਰ੍ਹਾਂ ਅਸੀਂ ਉਹਨੂੰ ਮੇਲ ਕਰ ਸਕਦੇ ਹਾਂ? ਜੇ ਕਾਲੇ ਨੂੰ ਚਿੱਟੇ ਨਾਲ ਮਿਲਾ ਦੇਵਾਂਗੇ ਤਾਂ ਉਹਦੇ 'ਚ ਦਾਗ ਲੱਗ ਜਾਏਗਾ, ਅਤੇ ਉਹ ਦਾਗ ਸਾਡੇ ਜੀਵਨ ਦੇ ਵਿੱਚ ਪਾਪ ਨੂੰ ਦਰਸਾਉਂਦਾ ਰਹੇਗਾ। ਇਸ ਲਈ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਇਸ ਸੰਸਾਰ ਤੋਂ ਵੱਖਰੇ ਕਰਕੇ ਇੱਕ ਪਵਿੱਤਰ
ਜ਼ਿੰਦਗੀ ਦਿੱਤੀ ਹੈ, ਉਸ ਪਵਿੱਤਰ ਜ਼ਿੰਦਗੀ ਦੇ ਵਿੱਚ ਇਸ ਸੰਸਾਰ ਦੇ ਦਾਗ ਨੂੰ ਆਪਣੇ ਵਿੱਚ ਨਾ ਲਿਆਓ, ਇਸ ਸੰਸਾਰ ਦੀ ਜੋਤ ਨੂੰ ਆਪਣੇ ਵਿੱਚ ਨਾ ਲਿਆਓ, ਇਸ ਸੰਸਾਰ ਦੀ ਚਕਮਕ ਨੂੰ ਆਪਣੇ ਕੋਲ ਨਾ ਲਿਆਓ, ਕਿਉਂਕਿ ਇਸ ਸੰਸਾਰ ਦਾ ਈਸ਼ਵਰ ਇਸ ਚਕਮਕ ਦੇ ਨਾਲ ਸਾਨੂੰ ਅਟਰੈਕਸ਼ਨ ਕਰ ਰਿਹਾ ਹੈ, ਜਿਸ ਤਰ੍ਹਾਂ ਉਹਨੇ ਹੱਬਾ ਨੂੰ ਅਟਰੈਕਸ਼ਨ ਕੀਤਾ ਤੇ ਉਹ ਪਾਪ ਦੇ ਵਿੱਚ ਡਿੱਗੇ। ਬਹੁਤ ਸਾਰੇ ਵਿਸ਼ਵਾਸੀਆਂ ਨੂੰ ਇਸ ਸੰਸਾਰ ਦੀ ਚਕਮਕ ਦੇ ਨਾਲ ਉਹਨਾਂ ਨੂੰ ਅਟਰੈਕਸ਼ਨ ਕਰਕੇ ਇਸ ਧਰਤੀ ਦੇ ਵਿੱਚ ਸੁੱਟੇਗਾ ਅਤੇ ਨਾ ਉਹ ਨਾਸ਼ ਆਪ ਤਾਂ ਨਾਸ਼ ਹੋਏਗਾ ਅਤੇ ਆਪਣਾ ਉਹਨਾਂ ਦੀ ਜ਼ਿੰਦਗੀ ਨੂੰ ਵੀ ਨਾਸ਼ ਕਰੇਗਾ। ਇਸ ਲਈ ਅਸੀਂ ਉਸ ਤੋਂ ਆਪਣੇ ਜੀਵਨ ਨੂੰ ਸੈਪਰੇਸ਼ਨ ਵਰਲਡ, ਸੰਸਾਰ ਤੋਂ ਅਲਗਾਵ ਦੇ ਜੀਵਨ ਦੇ ਨਾਲ ਜੀਣਾ ਹੈ, ਕਿਉਂਕਿ ਇਹ ਪਰਮੇਸ਼ਰ ਦੇ ਵਿੱਚ ਮੈਂ ਕਿਸ ਤਰ੍ਹਾਂ ਜੀ ਸਕਦਾ ਹਾਂ? ਪ੍ਰਭੂ ਯਿਸੂ ਮਸੀਹ ਦੇ ਨਾਲ ਜੀ ਸਕਦਾ। ਮੇਰੇ ਵਿੱਚ ਆਪਣੇ ਅੰਦਰ ਇਸ ਤਰ੍ਹਾਂ ਦੀ ਜੀਣ ਦੀ ਜ਼ਰੂਰਤ ਨਹੀਂ ਹੈ। ਪਰ ਮੈਂ ਜਦੋਂ ਯਹੋਨਾ ਦੀ ਅੰਜੀਲ 7:7 ਪੜ੍ਹਦਾ ਹਾਂ ਤਾਂ ਉਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਫਿਰ ਮੇਰੇ ਨਾਲ ਗੱਲ ਕਰਦਾ ਨਜ਼ਰ ਆਉਂਦਾ ਹੈ ਅਤੇ ਮੈਨੂੰ ਕਹਿੰਦਾ ਹੈ, ਜਗਤ ਤੁਹਾਡੇ ਨਾਲ ਬੈਰ ਨਹੀਂ ਕਰ ਸਕਦਾ ਪਰ ਮੇਰੇ ਨਾਲ ਬੈਰ ਕਰਦਾ ਹੈ, ਕਿਉਂ ਜੋ ਮੈਂ ਉਸ ਦੇ ਉੱਤੇ ਸਾਖੀ ਦਿੰਦਾ ਕਿ ਉਸ ਦੇ ਕੰਮ ਬੁਰੇ ਹੈ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਸਾਫ਼ ਦੱਸ ਰਿਹਾ, ਸੰਸਾਰ ਦਾ ਕੰਮ ਬੁਰਾ ਹੈ, ਇਹ ਬੁਰਾ ਸੰਸਾਰ ਹੈ। ਪਰ ਸਾਨੂੰ ਇੱਕ ਨਵੀਂ ਧਰਤੀ ਮਿਲਣ ਵਾਲੀ ਹੈ ਜਿਹੜੀ ਪਰਮੇਸ਼ਰ ਨੇ ਮੇਰੇ ਲਈ ਤਿਆਰ ਕੀਤੀ ਹੈ। ਇਹ ਧਰਤੀ ਬੁਰੀ ਹੈ, ਪਾਪ ਦੇ ਨਾਲ ਭਰੀ ਹੋਈ ਹੈ, ਇਸ ਦੇ ਵਿੱਚ ਪਾਪ ਦੇ ਕੰਮ ਹੈ ਔਰ ਪਾਪ ਦਾ ਛਲ ਕਪਟ ਹੈ, ਪਾਪ ਦਾ ਵਿਵਚਾਰ ਹੈ, ਪਾਪ ਦਾ ਸਭ ਕੁਝ ਹੈ, ਜਿਸ ਦੇ ਵਿੱਚ ਉਹ ਮੇਰੀ ਜ਼ਿੰਦਗੀ ਨੂੰ ਨਸ਼ਟ ਕਰਨ ਦੇ ਲਈ ਹਮੇਸ਼ਾ ਮੇਰੇ ਆਲੇ ਦੁਆਲੇ ਹੈ। ਪਰ ਮੈਂ ਅਗਰ ਪਰਮੇਸ਼ਰ ਦੀ ਲਾਈਟ ਹਾਂ, ਪਰਮੇਸ਼ਰ ਦੀ ਜੋਤ ਹਾਂ, ਤਾਂ ਇਹ ਮੇਰੇ ਤੋਂ ਦੂਰ ਹੋਵੇਗਾ, ਇਹ ਮੇਰੇ ਵਿੱਚ ਨਹੀਂ ਹੋਵੇਗਾ। ਇਸ ਲਈ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਸੰਸਾਰ ਤੋਂ ਅਲਗਾਵ ਦਾ ਜੀਵਨ ਜੀਏ, ਜਿਹੜਾ ਪਰਮੇਸ਼ਰ ਦੀ ਮਹਿਮਾ ਨੂੰ ਪ੍ਰਗਟ ਕਰਦਾ ਹੈ, ਜਿਹੜਾ ਪਰਮੇਸ਼ਰ ਦੀ ਪਵਿੱਤਰਤਾ ਨੂੰ ਪ੍ਰਗਟ ਕਰਦਾ ਹੈ। ਇਸ ਲਈ ਸੰਸਾਰ ਤੋਂ ਅਲਗਾਵ ਦਾ ਜੀਵਨ ਮੇਰੇ ਲਈ ਪਰਮੇਸ਼ਰ ਚਾਹੁੰਦਾ ਹੈ। ਔਰ ਇਸ ਦੇ ਨਾਲ ਮੈਂ ਇੱਕ ਵਚਨ ਹੋਰ ਪੜ੍ਹ ਕੇ ਸਮਾਪਤੀ ਦੇ ਵਿੱਚ ਜਾਵਾਂਗਾ। ਇੱਥੇ ਜਿਹੜਾ ਪਰਮੇਸ਼ਰ ਕਹਿੰਦਾ ਹੈ ਤੁਸੀਂ ਸੰਸਾਰ ਤੋਂ ਵੱਖਰੇ ਰਹੋ, ਪਹਿਲਾ ਯਹੋਨਾ 1:2-15 ਦੇ ਵਿੱਚ ਕਹਿੰਦਾ ਹੈ, ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਇਹਦਾ ਮਤਲਬ ਸੰਸਾਰ ਦੇ ਨਾਲ ਮੋਹ ਨਾ ਰੱਖੋ, ਸੰਸਾਰ ਦੀਆਂ ਜਿਹੜੀਆਂ ਵਸਤਾਂ ਹੈ ਉਹਨਾਂ ਨਾਲ ਵੀ ਮੋਹ ਨਾ ਰੱਖੋ। ਕਿਉਂਕਿ ਉਹ ਪਾਪ ਦੇ ਨਾਲ ਭਰੀਆਂ ਹੋਈਆਂ ਹੈ, ਸੰਸਾਰ ਦੇ ਕੰਮਾਂ ਦੇ ਨਾਲ ਭਰੀਆਂ ਹੋਈਆਂ ਹੈ, ਜਿਹੜੀਆਂ ਮੈਨੂੰ ਇਸ ਸੰਸਾਰ ਦੇ ਵਿੱਚ ਲਿਪਤ ਕਰਕੇ ਮੈਨੂੰ ਪਾਪ ਦੇ ਨਾਲ ਮੇਰੀ ਜ਼ਿੰਦਗੀ ਨੂੰ ਕਰਪਟ ਕਰ ਦੇਣਾ ਚਾਹੁੰਦੀਆਂ, ਨਸ਼ਟ ਕਰ ਦੇਣੀਆਂ ਚਾਹੁੰਦੀਆਂ। ਇਸ ਲਈ ਬਰਾਏ ਮਿਹਰਬਾਨੀ ਅਸੀਂ ਸੰਸਾਰ ਦੇ ਨਹੀਂ, ਪ੍ਰਭੂ ਨੇ ਮੈਨੂੰ ਅਤੇ ਆਪ ਨੂੰ ਚੁਣਿਆ ਹੈ ਆਪਣੇ ਕਲਵਰੀ ਕਰੂਸ ਦੇ ਉੱਤੇ ਬਹਾਏ ਹੋਏ ਪਵਿੱਤਰ ਲਹੂ ਦੇ ਨਾਲ, ਤਾਂ ਕਿ ਮੈਂ ਉਸ ਦੇ ਨਾਲ ਸ਼ੁੱਧ ਹੋ ਕੇ ਪਵਿੱਤਰ ਜ਼ਿੰਦਗੀ ਜੀ ਸਕਾਂ। ਪਰਮੇਸ਼ਵਰ ਦੀ ਲਾਈਟ ਪ੍ਰਭੂ ਯਿਸੂ ਮਸੀਹ ਹੈ। ਯੋਹਨਾ 8:12 ਦੇ ਵਿੱਚ ਕਿਹਾ, ਪ੍ਰਭੂ ਯਿਸੂ ਮਸੀਹ ਕਹਿੰਦਾ, ਜਗਤ ਦਾ ਚਾਨਣ ਮੈਂ ਹਾਂ, ਜਿਹੜਾ ਮੇਰੇ ਪਿੱਛੇ ਤੁਰਦਾ ਉਹ ਕਦੇ ਹਨੇਰੇ ਵਿੱਚ ਨਾ ਤੁਰੇਗਾ। ਇਹਦਾ ਮਤਲਬ ਉਹ ਸੰਸਾਰ ਦੇ ਨਾਲ ਨਹੀਂ ਚੱਲੇਗਾ, ਜਿਹੜਾ ਮੇਰੇ ਪਿੱਛੇ ਤੁਰਦਾ ਉਹ ਹਨੇਰੇ ਵਿੱਚ, ਪਾਪ ਸੰਸਾਰ ਦੇ ਪਿੱਛੇ ਨਹੀਂ ਚੱਲੇਗਾ, ਉਹ ਯਿਸੂ ਮਸੀਹ ਦੇ ਪਦ ਚਿੰਨ੍ਹਾਂ ਵਿੱਚ ਚੱਲੇਗਾ, ਜਿਹੜਾ ਪਵਿੱਤਰ ਹੈ ਅਤੇ ਜਿਹੜਾ ਸਾਨੂੰ ਸੰਸਾਰ ਤੋਂ ਪਵਿੱਤਰ ਰੱਖਦਾ ਹੈ। ਮੈਂ ਆਪ ਨੂੰ ਇੱਕ ਗੱਲ ਦਿਖਾਉਣਾ ਚਾਹੁੰਦਾ ਹਾਂ, ਉਸ ਗੱਲ ਦੇ ਨਾਲ ਦੇਖ ਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਫੈਸਲਾ ਲੈਣਾ ਹੈ ਕਿ ਮੈਂ ਉਸ ਦੇ ਅਨੁਸਾਰ ਚੱਲਾਂਗਾ ਜਾਂ ਮੈਂ ਮਸੀਹ ਦੇ ਪਿੱਛੇ ਚੱਲਾਂਗਾ। ਇਸ ਗੱਲ ਦਾ ਫੈਸਲਾ ਮੈਂ ਆਪ ਨੂੰ ਇੱਕ ਤਸਵੀਰ ਦੇ ਨਾਲ ਦਿਖਾਉਣਾ ਚਾਹੁੰਦਾ ਹਾਂ। ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਜੋ ਪਰਮੇਸ਼ਵਰ ਦੀ ਲਾਈਟ ਜਦੋਂ ਇਸ ਦੇ ਉੱਤੇ ਪੈਂਦੀ ਹੈ, ਜਦੋਂ ਪਰਮੇਸ਼ਵਰ ਦੀ ਲਾਈਟ ਸਾਡੇ ਅੰਦਰ ਆ ਜਾਂਦੀ ਹੈ, ਜਦੋਂ ਪਰਮੇਸ਼ਵਰ ਦੀ ਲਾਈਟ ਸਾਡੇ ਵਿੱਚ ਕੰਮ ਕਰਦੀ ਹੈ, ਤਾਂ ਅਸੀਂ ਪ੍ਰਾਰਥਨਾ ਕਰਨ ਲੱਗ ਜਾਂਦੇ ਹਾਂ, ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨ ਲੱਗ ਜਾਂਦੇ ਹਾਂ। ਜਦੋਂ ਪਰਮੇਸ਼ਵਰ ਦੀ ਲਾਈਟ ਸਾਡੇ ਵਿੱਚ ਆ ਜਾਂਦੀ ਹੈ ਤਾਂ ਸਾਡੇ ਵਿੱਚ ਪਰਮੇਸ਼ਵਰ ਦੇ ਪਵਿੱਤਰ ਵਚਨ ਦੀ ਸੰਗਤ ਲਗਾਤਾਰ ਬਣੀ ਰਹਿੰਦੀ ਹੈ। ਔਰ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੀ ਸੰਗਤ ਵਿੱਚ ਲੱਗੇ ਰਹਿੰਦੇ ਹਾਂ, ਤਦ ਅਸੀਂ ਭਲਾਈ ਕਰਦੇ ਹਾਂ, ਲੋਕਾਂ ਨੂੰ ਪਰਮੇਸ਼ਵਰ ਦਾ ਵਚਨ ਦੱਸਦੇ ਹਾਂ ਅਤੇ ਉਹਨਾਂ ਦੇ ਨਾਲ ਆਪਣੇ ਪਿਆਰ ਨੂੰ ਵੰਡਦੇ ਹਾਂ। ਮੇਰੇ ਪਿਆਰੇ ਅਜ਼ੀਜ਼, ਇਹ ਲਾਈਟ ਦਾ ਕੰਮ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਆਪਣੀ ਕਿਰਪਾ ਦੇ
उस वचन दे नाल जो स्वर्गों आया है उस दे राही मेरे नाल कीता है। मैं चाहुंदा हां कि तुसी भी उस लाइट नूं अपने विच प्राप्त कर लो। जे तुसी इस लाइट नूं पसंद नहीं करदे आ जिहड़ी लाइट परमेश्वर पुत्र ने दित्ती है, जे तुसी संसार दी लाइट अपने विच रखदे हो ਤਾਂ ਸੰਸਾਰ ਦੇ ਕੰਮ ਸਾਡੇ ਵਿੱਚ ਰਹਿਣਗੇ ਔਰ ਸਾਡਾ ਜੋ ਇਹ ਚਿਹਰਾ ਹੈ ਇਹ ਬੜਾ ਗੁੱਸੇ ਵਾਲਾ ਚਿਹਰਾ ਹੋ ਜਾਏਗਾ। ਵਚਨ ਸਾਡੇ ਵਿੱਚੋਂ ਬਾਹਰ ਹੋ ਜਾਏਗਾ, ਪਰਮੇਸ਼ਰ ਦੀ ਸੰਗਤ ਸਾਡੇ ਵਿੱਚ ਬਾਹਰ ਹੋ ਜਾਏਗੀ। ਇਹ ਸਾਰੀਆਂ ਬੁਰਾਈਆਂ ਮੇਰੇ ਅਤੇ ਆਪ ਦੇ ਅੰਦਰ ਆ ਜਾਣਗੀਆਂ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਤੋਂ ਦੂਰ ਹੋ ਜਾਂਦੇ ਹਾਂ। ਇੱਕ ਵਿਸ਼ਵਾਸੀ ਨੂੰ ਕਦੇ ਵੀ ਪਰਮੇਸ਼ਰ ਦੀ ਸੰਗਤ ਤੋਂ ਦੂਰ ਨਹੀਂ ਜਾਣਾ ਚਾਹੀਦਾ ਹੈ। ਇੱਕ ਵਿਸ਼ਵਾਸੀ ਨੂੰ ਕਦੇ ਵੀ ਪਰਮੇਸ਼ਰ ਦੀ ਫੈਲੋਸ਼ਿਪ ਤੋਂ ਦੂਰ ਨਹੀਂ ਜਾਣਾ ਚਾਹੀਦਾ। ਉਸ ਨੂੰ ਉਸ ਸੰਗਤ ਦੇ ਵਿੱਚ ਰਹਿਣ ਦੀ ਲੋੜ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਆਪ ਦੇ ਵਿੱਚ ਪਰਮੇਸ਼ਰ ਦੇ ਵਚਨ ਦੀ ਸੰਗਤ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਇਹ ਪਰਮੇਸ਼ਰ ਦੇ ਵਚਨ ਦੀ ਸੰਗਤ ਅਗਰ ਆਪ ਦੇ ਅੰਦਰ ਨਹੀਂ ਹੈ ਤਾਂ ਪਰਮੇਸ਼ਰ ਪੁੱਤਰ ਆਪ ਦੇ ਵਿੱਚ ਨਹੀਂ ਹੈ। ਜੇ ਪਰਮੇਸ਼ਰ ਪੁੱਤਰ ਆਪ ਦੇ ਵਿੱਚ ਨਹੀਂ ਹੈ ਤਾਂ ਤੁਸੀਂ ਸਵਰਗ ਦੇ ਨਹੀਂ ਹੋ। ਪਰਮੇਸ਼ਰ ਚਾਹੁੰਦਾ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਦੀ ਸੰਗਤ ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਹੋਵੇ। ਜੇ ਤੁਸੀਂ ਉਸ ਸੰਗਤ ਦੇ ਵਿੱਚ ਜਾਣਾ ਚਾਹੁੰਦੇ ਹੋ, ਉਸ ਸੰਗਤ ਦਾ ਪ੍ਰਤੀਫਲ ਪਾਉਣਾ ਚਾਹੁੰਦੇ ਹੋ, ਤਾਂ ਇਹ ਸੰਗਤ ਜੋ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਦਿੱਤੀ ਹੈ, ਉਹ ਸੰਗਤ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਨਾਲ ਮੇਰੇ ਜੀਵਨ ਦੇ ਵਿੱਚ ਭਲਾਈ ਨੂੰ ਪ੍ਰਗਟ ਕਰੇਗੀ। ਔਰ ਜਿਵੇਂ ਜਿਵੇਂ ਇਹ ਸੰਗਤ ਮੇਰੇ ਵਿੱਚ ਵੱਧਦੀ ਜਾਵੇਗੀ, ਉਵੇਂ ਉਵੇਂ ਮੇਰਾ ਜੀਵਨ ਅਤੇ ਮੇਰਾ ਚਿਹਰਾ ਬਦਲਦਾ ਜਾਏਗਾ। ਔਰ ਇਹ ਸਭ ਚੀਜ਼ਾਂ ਮੇਰੇ ਵਿੱਚੋਂ ਬੁਰਾਈ ਦੀਆਂ ਬਾਹਰ ਹੋ ਜਾਣਗੀਆਂ ਅਤੇ ਮੈਂ ਪਰਮੇਸ਼ਰ ਦੀ ਸੰਗਤ ਵਿੱਚ ਪਰਮੇਸ਼ਰ ਦੇ ਘਰ ਦੇ ਵਿੱਚ ਹੋਵਾਂਗਾ। ਜੇ ਤੁਸੀਂ ਸੰਸਾਰ ਦੇ ਨਾਲ ਰਹਿਣਾ ਚਾਹੁੰਦੇ ਹੋ, ਜੇ ਤੁਸੀਂ ਸੰਸਾਰ ਦੀ ਸੰਗਤ ਦੇ ਵਿੱਚ ਜਾਣਾ ਚਾਹੁੰਦੇ ਹੋ, ਤਾਂ ਤੁਹਾਡਾ ਜੀਵਨ ਨਰਕ ਦੀ ਅੱਗ ਦੇ ਵਿੱਚ ਚਲਾ ਜਾਏਗਾ ਔਰ ਇੱਕ ਦਿਨ ਤੁਸੀਂ ਵਿਨਾਸ਼ ਦੀ ਕਟਨੀ ਕੱਟੋਗੇ ਅਤੇ ਤੁਸੀਂ ਪਰਮੇਸ਼ਰ ਤੋਂ ਦੂਰ ਹੋ ਜਾਓਗੇ। ਇਸ ਲਈ ਪਰਮੇਸ਼ਰ ਨਹੀਂ ਚਾਹੁੰਦਾ ਕਿ ਤੁਸੀਂ ਇਸ ਸੰਸਾਰ ਦੇ ਪਿੱਛੇ ਚਲੋ। ਤੁਸੀਂ ਪਰਮੇਸ਼ਰ ਦੇ ਵਚਨ ਦੇ ਪਿੱਛੇ ਚਲੋ, ਜਿਸ ਦੀ ਗੱਲ ਪਰਮੇਸ਼ਰ ਨੇ ਆਪ ਦੇ ਨਾਲ ਯਹੋਨਾ 8:12 ਦੇ ਵਿੱਚ ਕੀਤੀ ਹੈ। ਉਸਨੇ ਕਿਹਾ, ਜਗਤ ਦਾ ਚਾਨਣ ਮੈਂ ਹਾਂ, ਜਿਹੜਾ ਮੇਰੇ ਪਿੱਛੇ ਤੁਰਦਾ ਕਦੇ ਹਨੇਰੇ ਵਿੱਚ ਨਾ ਚੱਲੇਗਾ, ਬਲਕਿ ਉਹਦੇ ਕੋਲ ਸਦਾ ਦਾ ਚਾਨਣ ਹੋਵੇਗਾ, ਸਦੀਪਕ ਜਿਉਣ ਦਾ ਚਾਨਣ ਹੋਵੇਗਾ। ਜੇ ਤੁਸੀਂ ਆਪਣੇ ਵਿੱਚ ਸਦੀਪਕ ਜਿਉਣ ਦਾ ਚਾਨਣ ਆਪਣੇ ਪਵਿੱਤਰ ਵਚਨ ਦੇ ਨਾਲ ਬਣਾ ਕੇ ਰੱਖੋਗੇ ਤਾਂ ਤੁਸੀਂ ਸੰਸਾਰ ਤੋਂ ਅਲੱਗ ਹੋ ਕੇ ਪਵਿੱਤਰਤਾ ਦੀ ਜ਼ਿੰਦਗੀ ਜੀਓਗੇ, ਤਾਂ ਪਰਮੇਸ਼ਰ ਦੀਆਂ ਸਵਰਗੀ ਬਰਕਤਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਪ੍ਰਾਪਤ ਕਰੋਗੇ। ਔਰ ਕਦੇ ਵੀ ਤੁਹਾਡੇ ਜੀਵਨ ਦੇ ਵਿੱਚ ਨਾ ਤਾਂ ਨਿਰਾਸ਼ਾ ਆਵੇਗੀ, ਨਾ ਕਦੇ ਤੁਸੀਂ ਹਤਾਸ਼ ਹੋਗੇ। ਪਰਮੇਸ਼ਰ ਆਪ ਨੂੰ ਇਹ ਜ਼ਿੰਦਗੀ ਦੇਣਾ ਚਾਹੁੰਦਾ ਹੈ। ਪਰਮੇਸ਼ਰ ਇਹ ਜ਼ਿੰਦਗੀ ਆਪ ਨੂੰ ਇਸ ਸੰਸਾਰ ਤੋਂ ਵੱਖਰਾ ਕਰਕੇ ਦੇਣਾ ਚਾਹੁੰਦਾ ਹੈ। ਜੇ ਤੁਸੀਂ ਇਸ ਜ਼ਿੰਦਗੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਪ੍ਰਭੂ ਯਿਸੂ ਮਸੀਹ ਨੂੰ, ਜਿਹੜਾ ਇਸ ਸੰਸਾਰ ਤੋਂ ਮੈਨੂੰ ਅਲੱਗ ਕਰਨ ਦੇ ਲਈ ਆਇਆ, ਇਸ ਸੰਸਾਰ ਤੋਂ ਅਲੱਗ ਕਰਕੇ ਮੈਨੂੰ ਪਵਿੱਤਰ ਜੀਵਨ ਦੇਣ ਦੇ ਲਈ ਆਇਆ, ਜਿਹੜਾ ਇਸ ਪਵਿੱਤਰ ਜੀਵਨ ਨੂੰ ਦੇਣ ਕੇ ਮੈਨੂੰ ਆਪਣੇ ਪਿਆਰ ਨਾਲ ਭਰਨ ਦੇ ਲਈ ਆਇਆ, ਜਿਹੜਾ ਮੈਨੂੰ ਪਿਆਰ ਦੇ ਨਾਲ ਭਰਨ ਦੇ ਲਈ ਮੈਨੂੰ ਸੱਚ ਦੇ ਮਾਰਗ ਦੇ ਵਿੱਚ ਚਲਾਉਣ ਦੇ ਲਈ ਆਇਆ, ਉਸ ਪ੍ਰਭੂ ਯਿਸੂ ਮਸੀਹ ਨੂੰ ਤੁਸੀਂ ਸਵੀਕਾਰ ਕਰਕੇ ਪਰਮੇਸ਼ਰ ਦੀ ਜ਼ਿੰਦਗੀ ਨੂੰ ਪ੍ਰਾਪਤ ਕਰ ਸਕਦੇ ਹੋ। ਉਹ ਕਿਵੇਂ? ਤੁਸੀਂ ਕਹਿ ਸਕਦੇ ਹੋ, ਪ੍ਰਭੂ ਤੂੰ ਮੇਰੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਤੂੰ ਮੇਰਾ ਪ੍ਰਭੂ ਹੈ। ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਜਦੋਂ ਤੁਸੀਂ ਇਸ ਤਰ੍ਹਾਂ ਕਹੋਗੇ ਤਾਂ ਤੁਸੀਂ ਸੰਸਾਰ ਤੋਂ ਵੱਖਰੇ ਹੋ ਕੇ ਪਰਮੇਸ਼ਰ ਦੀ ਪਵਿੱਤਰ ਨਗਰੀ ਵਿੱਚ ਆ ਜਾਓਗੇ ਔਰ ਪਰਮੇਸ਼ਰ ਦੀਆਂ ਉਹ ਬਰਕਤਾਂ ਪ੍ਰਾਪਤ ਕਰੋਗੇ ਜਿਹੜੀਆਂ ਕਦੇ ਖਤਮ ਹੋਣ ਵਾਲੀਆਂ ਨਹੀਂ ਹੈ। ਸੰਸਾਰ ਦੀ ਆਸ਼ੀਸ਼ ਅੱਜ ਹੈ, ਕੱਲ ਖਤਮ ਹੋ ਜਾਏਗੀ, ਲੇਕਿਨ ਪਰਮੇਸ਼ਰ ਦੀ ਆਸ਼ੀਸ਼ ਕਦੇ ਸਮਾਪਤ ਨਹੀਂ ਹੁੰਦੀ। ਉਹ ਹਮੇਸ਼ਾ ਹਮੇਸ਼ਾ ਮੇਰੇ ਉੱਤੇ ਬਣੀ ਰਹਿੰਦੀ ਹੈ। ਉਹ ਮੈਨੂੰ ਕਦੇ ਖਾਲੀ ਨਹੀਂ ਹੋਣ ਦਿੰਦੀ। ਇਸ ਲਈ ਜਿਨ੍ਹਾਂ ਨੇ ਤਾਂ ਆਸ਼ੀਸ਼ ਪਾ ਲਈ ਹੈ, ਉਹ ਇਸ ਸੰਸਾਰ ਨੂੰ ਨਾ ਦੇਖਦੇ ਹੋਏ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਦੇਖਦੇ ਹੋਏ ਔਰ ਪ੍ਰਭੂ ਯਿਸੂ ਮਸੀਹ ਦੇ ਪਦ ਜਿਨ੍ਹਾਂ ਨੂੰ ਵੇਖਦੇ ਹੋਏ ਆਪਣੇ ਜੀਵਨ ਨੂੰ ਬਤੀਤ ਕਰਨ, ਤਾਂ ਪਰਮੇਸ਼ਰ ਦੀ ਆਸ਼ੀਸ਼ ਹਾਸਲ ਕਰਨਗੇ ਅਤੇ ਪਰਮੇਸ਼ਰ ਨੇ ਜੋ ਵਾਅਦਾ ਆਪਣੇ ਚੁਣੇ ਹੋਇਆਂ ਲਈ ਕੀਤਾ ਹੈ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਹੋਵੋਗੇ, ਤੁਸੀਂ ਸੱਚਮੁੱਚ ਉੱਥੇ ਦਾ ਪ੍ਰਕਾਸ਼ ਪ੍ਰਾਪਤ ਕਰੋਗੇ। ਪਰਮੇਸ਼ਰ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਮੈਂ ਕੱਲ ਫੇਰ 14 ਤਾਰੀਖ ਤੱਕ ਮੈਂ ਆਪ ਦੇ ਨਾਲ
ਵਰਲਡ ਸੈਪਰੇਸ਼ਨ ਤੇ ਹੀ ਗੱਲ ਕਰਾਂਗਾ। ਪ੍ਰਭੂ ਆਪ ਨੂੰ ਇਸ ਸੰਸਾਰ ਤੋਂ ਵੱਖਰੇ ਹੋਣ ਦੇ ਲਈ, ਅਲਗਾਵ ਦਾ ਜੀਵਨ ਜੀਣ ਦੇ ਲਈ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ।